ਹੈਲੋ एवरीवन ਹਾਊ ਆਰ ਯੂ ਆਲ। ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਨਵੰਬਰ 2022 ਦੇ ਬਚੇ ਕਰੰਟ ਅਫੇਅਰ ਡਿਸਕਸ ਕਰਾਂਗੇ। ਸੋ ਇਹ ਲਾਸਟ ਪਾਰਟ ਹੈ ਨਵੰਬਰ 2022 ਕਰੰਟ ਅਫੇਅਰ ਦਾ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾ ਕਰੰਟ ਅਫੇਅਰ ਹੈ ਕਿ ਅਗਰ ਆਪਾਂ ਗੁਰੂ ਨਾਨਕ ਦੇਵ ਜੀ ਦੇ ਰੈਫਰੈਂਸ ਨਾਲ ਦੇਖੀਏ ਤਾਂ ਕਿਹੜੀ ਸਟੇਟਮੈਂਟ ਕਰੈਕਟ ਹੈ ਉਹਨਾਂ ਬਾਰੇ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਈਟਿੰਗ ਹੈ ਜਿਹੜੀ ਮਤਲਬ ਉਹਨੂੰ ਲਿਖਣਾ ਸਟਾਰਟ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ। ਉਹ ਤੋਂ ਬਾਅਦ ਉਹਨਾਂ ਨੇ ਸ਼ਗੁਨ ਫਾਰਮ ਆਫ ਭਗਤੀ ਨੂੰ ਐਡਵੋਕੇਟ ਕੀਤਾ। ਠੀਕ ਹੈ, ਸੋ ਦੇਖਦੇ ਹਾਂ ਕਿਹੜੀ ਸਟੇਟਮੈਂਟ ਕਰੈਕਟ ਹੈ। ਦੇਖੋ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਬਾਰੇ ਕੁਐਸਚਨ ਕਿਉਂ ਆਇਆ ਬਿਕੋਜ਼ ਉਹਨਾਂ ਦਾ 553rd ਪ੍ਰਕਾਸ਼ ਪਰਵ ਜਿਹੜਾ ਹੈ ਉਹ ਮਨਾਇਆ ਗਿਆ। ਠੀਕ ਹੈ, ਸੋ ਗੁਰੂ ਨਾਨਕ ਦੇਵ ਜੀ ਦਾ ਬਰਥ ਹੈ ਜਿਹੜਾ 15 ਅਪ੍ਰੈਲ 1469 ਦੇ ਵਿੱਚ ਹੋਇਆ ਰਾਈ ਭੋਈ ਦੀ ਤਲਵੰਡੀ ਲਾਹੌਰ ਦੇ ਨੇੜੇ। ਠੀਕ ਹੈ, ਇਨ ਸ਼ੇਖਪੁਰਾ ਡਿਸਟ੍ਰਿਕਟ ਆਫ modern day Punjab मतलब modern day Pakistan. He was born into a middle Hindu family and raised by his parents Mehta Kalu and Mata Tripta. He was the first of 10 gurus and founder of Sikhism in 15th century. He started writing the Guru Granth Sahib Ji and completed 974 hymns. So ਉਹਨਾਂ ਨੇ ਸਟਾਰਟ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਣਾ ਤੇ ਉਹਨਾਂ ਨੇ 974 hymns ਲਿਖੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ। ਸੋ ਪਹਿਲੀ ਸਟੇਟਮੈਂਟ ਕਰੈਕਟ ਹੈ। ਸੈਕਿੰਡ, ਉਹਨਾਂ ਨੇ ਨਿਰਗੁਣ ਜਿਹੜੀ ਫਾਰਮ ਆਫ ਭਗਤੀ ਹੈ, ਠੀਕ ਹੈ, ਉਹ ਉਹਨਾਂ ਨੇ ਐਡਵੋਕੇਟ ਕੀਤੀ ਤੇ ਉਹਨਾਂ ਨੇ ਕਿਹਾ ਕਿ ਇੱਕ ਭਗਵਾਨ ਹੈ ਤੇ ਸਭ ਨੂੰ ਕਿਹਾ ਕਿ ਅਗਰ ਤੁਸੀਂ ਗੋਡ ਨਾਲ ਇੱਕ ਹੋਣਾ ਚਾਹੁੰਦੇ ਹੋ ਤਾਂ ਮੈਡੀਟੇਸ਼ਨ ਦੇ ਨਾਲ ਤੇ ਕੁਝ ਹੋਰ ਪਵਿੱਤਰ ਐਸੀ ਪ੍ਰੈਕਟਿਸਿਸ ਹੈ ਉਹਨਾਂ ਨਾਲ ਤੁਸੀਂ ਇੱਕ ਹੋ ਸਕਦੇ ਹੋ ਗੋਡ ਦੇ ਨਾਲ। ਠੀਕ ਹੈ, ਉਹਨਾਂ ਨੇ ਰੂਲਸ ਜਿਹੜੇ ਉਹ ਸੈਟਅਪ ਕੀਤੇ ਕੌਂਗਰੀਗੇਸ਼ਨਲ ਵਰਸ਼ਿਪ ਤੇ ਦੈਟ ਇਜ਼ ਸੰਗਤ ਜਿਹਦੇ ਵਿੱਚ ਕਲੈਕਟਿਵਲੀ ਮਤਲਬ ਰਿਸਾਈਟ ਕੀਤੇ ਜਾਂਦੇ ਆ। ਠੀਕ ਹੈ ਜੀ, ਉਹਨਾਂ ਦੇ ਜਿਹੜੇ ਵਰਸਿਸ ਹੈ ਉਹ ਪ੍ਰੀਚ ਕਰਦੇ ਆ ਸੈਲਫਲੈਸ ਸਰਵਿਸ ਟੂ ਹਿਊਮੈਨਿਟੀ ਦੇ ਬਾਰੇ ਕਹਿੰਦੇ ਆ। ਮਤਲਬ ਉਹਨਾਂ ਦੇ ਵਰਸਿਸ ਹੈ ਜਿਹੜੇ ਪ੍ਰੋਸਪੈਰਿਟੀ ਸੋਸ਼ਲ ਜਸਟਿਸ ਫॉर ਆਲ ਇਰਰਿਸਪੈਕਟਿਵ ਆਫ ਡਿਫਰੈਂਸਿਸ। ਗੁਰੂ ਨਾਨਕ ਦੇਵ ਜੀ ਹੈ ਜਿਹੜੇ ਉਹ ਸਾਊਥ ਏਸ਼ੀਆ ਮਿਡਲ ਈਸਟ ਦੇ ਵੱਲ ਗਏ ਆਪਣੀ ਟੀਚਿੰਗਸ ਨੂੰ ਸਪਰੈਡ ਕਰਨ ਦੇ ਲਈ। ਸੋ ਜਿਹੜੀ ਫਸਟ ਸਟੇਟਮੈਂਟ ਹੈ ਉਹ ਟਰੂ ਹੈ, ਸੈਕਿੰਡ ਗਲਤ ਹੈ। ਸੋ ਇਹਦੇ ਵਿੱਚ ਆਪਸ਼ਨ ਆਊਗਾ ਸਟੇਟਮੈਂਟ 1। ਨੈਕਸਟ, ਅਗਰ ਆਪਾਂ ਯੂਨੀਫਾਈਡ ਪੇਮੈਂਟ ਇੰਟਰਫੇਸ ਦੀ ਗੱਲ ਕਰੀਏ ਤਾਂ ਕਿਹੜੀ ਸਟੇਟਮੈਂਟ ਠੀਕ ਹੈ। UPI ਹੈ ਜਿਹੜਾ ਉਹ ਇੰਸਟੈਂਟ ਪੇਮੈਂਟ ਸਿਸਟਮ ਹੈ ਜਿਹਨੂੰ ਕਿ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਡਿਵੈਲਪ ਕੀਤਾ। ਸੈਕਿੰਡ, ਜਿਹੜਾ UPI ਹੈ ਹਜੇ ਵੀ ਉਹਦੇ ਵਿੱਚ ਇੰਪਰੂਵਮੈਂਟਸ ਹੋਣੀਆਂ ਬਾਕੀ ਹੈ। ਠੀਕ ਹੈ, ਟੂ ਬੀ ਬੈਟਰ ਦੈਨ ਇਮੀਡੀਏਟ ਪੇਮੈਂਟ ਸਰਵਿਸ, ਤਾਂ ਕਿ ਇਮੀਡੀਏਟ ਪੇਮੈਂਟ ਸਰਵਿਸ ਤੋਂ ਉਹਨੂੰ ਹੋਰ ਬੈਟਰ ਬਣਾਇਆ ਜਾਵੇ। ਸੋ ਕਿਹੜੀ ਸਟੇਟਮੈਂਟ ਕਰੈਕਟ ਹੈ। ਦੇਖੋ ਇਹਦੇ ਵਿੱਚ ਕੀ ਹੈ ਕਿ ਜਿਹੜਾ UPI ਹੈ ਦੈਟ ਇਜ਼ ਯੂਨੀਫਾਈਡ ਪੇਮੈਂਟ ਇੰਟਰਫੇਸ, ਉਹ ਇੰਸਟੈਂਟ ਪੇਮੈਂਟ ਸਿਸਟਮ ਹੈ ਜਿਹਨੂੰ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਡਿਵੈਲਪ ਕੀਤਾ। ਠੀਕ ਹੈ, ਜੋ ਕਿ ਇੱਕ RBI ਰੈਗੂਲੇਟਿਡ ਐਂਟੀਟੀ ਹੈ। UPI ਹੈ ਜਿਹੜਾ ਉਹਨੂੰ IMPS ਦੇ ਇਨਫਰਾਸਟ੍ਰਕਚਰ ਦੇ ਉੱਪਰ ਬਣਾਇਆ ਗਿਆ ਤੇ ਇਹਦੀ ਹੈਲਪ ਦੇ ਨਾਲ ਤੁਸੀਂ ਇੰਸਟੈਂਟਲੀ ਮਨੀ ਟ੍ਰਾਂਸਫਰ ਕਰ ਸਕਦੇ ਹੋ ਕਿਸੇ ਵੀ ਦੋ ਪਾਰਟੀਜ਼ ਦੇ ਵਿੱਚ, ਮਤਲਬ ਕਿਸੇ ਵੀ ਦੋ ਪਾਰਟੀਜ਼ ਦੇ ਬੈਂਕ ਅਕਾਊਂਟਸ ਦੇ ਵਿੱਚ। ਠੀਕ ਹੈ, UPI ਹੈ ਜਿਹੜੀ ਉਹ ਪ੍ਰੋਵਾਈਡ ਕਰ ਰਹੀ ਹੈ ਐਡੀਸ਼ਨਲ ਬੈਨੀਫਿਟਸ ਟੂ IMPS ਕਿਹੜੇ ਵੇਜ਼ ਦੇ ਨਾਲ, ਜਿਵੇਂ P2P ਫੁੱਲ ਫੰਕਸ਼ਨੈਲਿਟੀ ਪ੍ਰੋਵਾਈਡ ਕਰਦੀ ਹੈ, ਮਰਚੈਂਟ ਪੇਮੈਂਟਸ ਨਾਲ ਸਿੰਪਲ ਹੋ ਗਈਆਂ। ਠੀਕ ਹੈ, ਸਿੰਗਲ ਐਪ ਦੀ ਜ਼ਰੂਰਤ ਹੁੰਦੀ ਹੈ ਪੇਮੈਂਟ ਦੇ ਲਈ ਤੇ ਸਿੰਗਲ ਕਲਿੱਕ ਜਿਹੜੀ ਹੈ ਉਹਦੇ ਨਾਲ 2 ਫੈਕਟਰ ਆਥੈਂਟੀਕੇਸ਼ਨ ਹੋ ਜਾਂਦੀ ਹੈ। ਸੋ ਸੈਕਿੰਡ ਸਟੇਟਮੈਂਟ ਰੋਂਗ ਹੈ। ਠੀਕ ਹੈ ਜੀ, ਪਹਿਲੀ ਟਰੂ ਹੈ। ਸੋ ਮਤਲਬ ਕਿ ਇਹਦੇ ਵਿੱਚ ਕਿਸੇ ਇੰਪਰੂਵਮੈਂਟ ਦੀ ਜ਼ਰੂਰਤ ਨਹੀਂ ਹੈ, ਆਲਰੇਡੀ ਬਹੁਤ ਅੱਛੀ ਹੈ ਜਿਹੜੀ UPI ਪੇਮੈਂਟ ਸਿਸਟਮ ਹੈ। ਓਕੇ, ਸੋ ਇਹਦਾ ਆਨਸਰ ਕੀ ਆਊਗਾ ਆਪਸ਼ਨ ਨੰਬਰ A। ਉਹ ਤੋਂ ਬਾਅਦ ਨੈਕਸਟ ਕੁਐਸਚਨ ਹੈ, ਅਗਰ ਆਪਾਂ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਤੇ ਆਧਾਰ ਦੀ ਗੱਲ ਕਰੀਏ ਕਿਹੜੀ ਸਟੇਟਮੈਂਟ ਕਰੈਕਟ ਹੈ। NPR ਤੇ ਆਧਾਰ ਹੈ ਜਿਹੜਾ ਉਹਦੇ ਵਿੱਚ ਪਰਸਨਲ ਪਾਰਟਿਕੂਲਰਸ ਨੂੰ ਗੈਦਰ ਕੀਤਾ ਜਾਂਦਾ, ਜਿਵੇਂ ਬਾਇਓਮੈਟ੍ਰਿਕ ਡਾਟਾ ਹੋ ਗਿਆ। ਉਹ ਜਿਨ੍ਹਾਂ ਨੇ ਆਲਰੇਡੀ ਇਨਰੋਲ ਕੀਤਾ ਹੈ ਆਧਾਰ ਦੇ ਲਈ, ਠੀਕ ਹੈ, ਉਹਨਾਂ ਨੂੰ ਬਾਇਓਮੈਟ੍ਰਿਕ ਡਿਟੇਲਸ ਦੁਬਾਰਾ ਦੇਣ ਦੀ ਜ਼ਰੂਰਤ ਨਹੀਂ ਹੁੰਦੀ NPR ਦੇ ਟਾਈਮ ਤੇ। ਉਹ ਤੋਂ ਬਾਅਦ ਅਗਰ ਡਿਸਪੈਰੈਂਸੀ ਆਵੇ ਆਧਾਰ ਤੇ NPR ਡਾਟਾ ਦੇ ਵਿੱਚ ਤਾਂ ਜਿਹੜਾ NPR ਦਾ ਡਾਟਾ ਹੈ ਉਹ ਪ੍ਰੀਵੇਲ ਕਰਦਾ ਹੈ। ਸੋ ਦੇਖੋ ਹੁਣ ਇਹਦਾ ਆਨਸਰ ਕੀ ਆਊਗਾ। ਇਹਦਾ ਆਨਸਰ ਆਊਗਾ ਆਪਸ਼ਨ ਨੰਬਰ D, ਮਤਲਬ ਤਿੰਨੋਂ ਸਟੇਟਮੈਂਟਸ ਕਰੈਕਟ ਹੈ। ਇਹਨੂੰ ਬਸ ਤੁਸੀਂ ਐਵੇਂ ਯਾਦ ਰੱਖ ਲਓ। ਓਕੇ, NPR ਮਤਲਬ ਨੈਸ਼ਨਲ ਪਾਪੂਲੇਸ਼ਨ ਰਜਿਸਟਰ। ਠੀਕ ਹੈ ਜੀ, ਉਹ ਤੋਂ ਬਾਅਦ ਨੈਕਸਟ ਦੇਖੋ ਕਿਹੜੀ ਸਟੇਟਮੈਂਟ ਇੰਡੀਆ ਦੇ ਰਿਲੇਸ਼ਨਸ਼ਿਪ ਰਸ਼ੀਆ ਦੇ ਨਾਲ ਕੈਸੇ ਨੇ ਉਹਦੇ ਬਾਰੇ ਟਰੂ ਹੈ। ਸਭ ਤੋਂ ਪਹਿਲਾਂ ਕੁੰਦਮ ਕੁਲਮ ਨਿਊਕਲੀਅਰ ਪਾਵਰ ਪਲਾਂਟ ਹੈ ਜਿਹੜਾ
ਉਹ ਇੰਡੀਆ 'ਚ ਬਣਾਇਆ ਜਾ ਰਿਹਾ ਰਸ਼ੀਅਨ ਕਾਰਪੋਰੇਸ਼ਨ ਦੀ ਹੈਲਪ ਨਾਲ, ਮਤਲਬ ਰਸ਼ੀਆ ਦੀ ਹੈਲਪ ਨਾਲ। ਇੰਡੀਆ ਦਾ ਜਿਹੜਾ ਐਕਟ ਫਾਰ ਈਸਟ ਪਾਲਿਸੀ ਉਹ ਇੰਪੋਰਟੈਂਟ ਪਾਰਟ ਹੈ, ਠੀਕ ਹੈ, ਮਤਲਬ ਜੋ ਇੰਡੀਆ ਦੀ ਪਾਰਟਨਰਸ਼ਿਪ ਹੈ ਰਸ਼ੀਆ ਨਾਲ, ਉਹ ਚੀਜ਼ ਦਾ ਇੱਕ ਇੰਪੋਰਟੈਂਟ ਹਿੱਸਾ ਹੈ। ਐਕਸਰਸਾਈਜ਼ ਸ਼ਕਤੀ ਜਿਹੜੀ ਹੈ ਉਹ ਬਾਈਨੀਅਲ ਮਿਲਟਰੀ ਐਕਸਰਸਾਈਜ਼ ਹੈ ਜਿਹੜੀ ਇੰਡੀਆ ਤੇ ਰਸ਼ੀਆ ਦੇ ਵਿੱਚ ਹੁੰਦੀ ਹੈ। ਸੋ ਦੇਖੋ ਇਹਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਕੁੰਦਮ ਨਿਊਕਲੀਅਰ ਪਾਵਰ ਪਲਾਂਟ ਹੈ ਜਿਹੜਾ ਉਹ ਇੰਡੀਆ ਦੇ ਵਿੱਚ ਬਣਾਇਆ ਜਾ ਰਿਹਾ ਰਸ਼ੀਆ ਦੀ ਹੈਲਪ ਦੇ ਨਾਲ। ਇਹ ਲਾਰਜੈਸਟ ਨਿਊਕਲੀਅਰ ਪਾਵਰ ਸਟੇਸ਼ਨ ਹੋਊਗਾ ਇੰਡੀਆ ਦੇ ਵਿੱਚ, ਤੇ ਕਿੱਥੇ ਹੋਊਗਾ ਇਹ, ਤਮਿਲਨਾਡੂ ਦੇ ਤਿਰੂਨਾਵੇਲੀ ਡਿਸਟ੍ਰਿਕਟ ਦੇ ਵਿੱਚ, ਠੀਕ ਹੈ ਜੀ। ਉਹ ਤੋਂ ਬਾਅਦ 2019 ਦੇ ਵਿੱਚ ਇੰਡੀਆ ਨੇ ਐਕਟ ਫਾਰ ਈਸਟ ਪਾਲਿਸੀ ਅਨਾਉਂਸ ਕੀਤੀ। ਓਕੇ, ਸੋ ਜਿਹੜੀ ਪਾਲਿਸੀ ਇੰਪੋਰਟੈਂਟ ਪਾਰਟ ਹੈ ਕਿ ਇੰਡੀਆ ਦੀ ਜਿਹੜੀ ਸਟ੍ਰੈਟੇਜਿਕ ਪਾਰਟਨਰਸ਼ਿਪ ਹੈ ਰਸ਼ੀਆ ਦੇ ਨਾਲ ਉਹਦਾ। ਓਕੇ, ਤੇ ਇੰਡੀਆ ਨੇ ਕਾਫੀ ਜ਼ਿਆਦਾ ਇਨਵੈਸਟਮੈਂਟਸ ਵੀ ਕੀਤੀਆਂ ਨੇ ਰਸ਼ੀਆ ਦੇ ਵਿੱਚ, ਫਾਰਮਾਟੀਕਲਸ ਦੀ ਫੀਲਡ ਦੇ ਵਿੱਚ ਤੇ ਡਾਇਮੰਡ ਦੀ ਫੀਲਡ ਦੇ ਵਿੱਚ। ਉਹ ਤੋਂ ਬਾਅਦ ਨੈਕਸਟ ਇੰਦਰਾ ਨੇਵੀ ਜਿਹੜੀ ਹੈ ਉਹ ਇੱਕ ਜੁਆਇੰਟ ਬਾਈਨੀਅਲ ਮਿਲਟਰੀ ਐਕਸਰਸਾਈਜ਼ ਹੈ ਜੋ ਕਿ ਇੰਡੀਆ ਤੇ ਰਸ਼ੀਆ ਦੇ ਵਿੱਚ ਹੁੰਦੀ ਹੈ, ਠੀਕ ਹੈ। ਸੋ ਜਿਹੜੀ ਇੱਥੇ ਐਕਸਰਸਾਈਜ਼ ਦਾ ਨਾਮ ਦਿੱਤਾ ਹੋਇਆ ਸੀ ਉਹ ਗਲਤ ਹੈ, ਬਿਕੋਜ਼ ਜਿਹੜੀ ਸ਼ਕਤੀ ਐਕਸਰਸਾਈਜ਼ ਹੈ ਉਹ ਇੰਡੀਆ ਤੇ ਫਰਾਂਸ ਦੇ ਵਿੱਚ ਹੁੰਦੀ ਹੈ। ਸੋ ਇਹਦਾ ਆਂਸਰ ਕੀ ਆਊਗਾ ਕਿ ਫਸਟ ਸਟੇਟਮੈਂਟ ਵੀ ਟਰੂ ਹੈ, ਸੈਕੰਡ ਵੀ ਟਰੂ ਹੈ, ਬਟ ਥਰਡ ਗਲਤ ਹੈ। ਸੋ ਆਂਸਰ ਆਊਗਾ ਆਪਸ਼ਨ ਨੰਬਰ ਬੀ। ਨੈਕਸਟ ਪ੍ਰੰਭ ਮਿਸ਼ਨ ਜਿਹੜਾ ਹੈ ਉਹ ਕਿਹਦੇ ਨਾਲ ਰਿਲੇਟਡ ਹੈ। ਸੋ ਦੇਖੋ ਜਿਹੜਾ ਵਿਕਰਮ ਐਸ ਉਹ ਇੰਡੀਆ ਦਾ ਫਸਟ ਪ੍ਰਾਈਵੇਟਲੀ ਡਿਵੈਲਪਡ ਰਾਕਟ ਹੈ ਤੇ ਉਹ ਲਾਂਚ ਹੋਣ ਜਾ ਰਿਹਾ ਐਜ਼ ਅ ਪਾਰਟ ਆਫ ਪ੍ਰੰਭ ਸਪੇਸ ਮਿਸ਼ਨ। ਪ੍ਰਾਰੰਭ ਮਿਸ਼ਨ ਹੈ ਜਿਹੜਾ, ਇਹਦੇ ਵਿੱਚ ਕੀ ਹੈ ਕਿ 3 ਪੇਲੋਡਸ ਹੈ ਜਿਹੜੇ ਉਹ ਸਪੇਸ 'ਚ ਲੈ ਕੇ ਜਾਏ ਜਾਣਗੇ। ਇਹਦੇ ਵਿੱਚ 2.5 kg ਪੇਲੋਡ ਹੈ ਜਿਹਨੂੰ ਕਿ ਡਿਵੈਲਪ ਕੀਤਾ ਸਟੂਡੈਂਟਸ ਨੇ ਅਲੱਗ-ਅਲੱਗ ਕੰਟਰੀਜ਼ ਦੇ। ਸਕਾਈ ਰੂਟ ਦਾ ਜਿਹੜਾ ਲਾਂਚ ਵਹੀਕਲ ਹੈ ਉਹਦਾ ਨਾਮ ਵਿਕਰਮ ਰੱਖਿਆ ਗਿਆ, ਠੀਕ ਹੈ, ਐਜ਼ ਅ ਟ੍ਰਿਬਿਊਟ ਟੂ ਇੰਡੀਅਨ ਸਪੇਸ ਪ੍ਰੋਗਰਾਮ ਐਂਡ ਰਿਨੋਟ ਸਾਇੰਟਿਸਟ ਵਿਕਰਮ ਸਾਰਾਭਾਈ। ਸੋ ਅਗਰ ਆਪਾਂ ਗੱਲ ਕਰੀਏ ਤਾਂ ਪ੍ਰਾਰੰਭ ਮਿਸ਼ਨ ਕੀ ਹੈ, ਪ੍ਰਾਈਵੇਟ ਸੈਕਟਰ ਪਾਰਟਿਸਿਪੇਸ਼ਨ ਹੈ ਸਪੇਸ ਦੇ ਵਿੱਚ। ਸੋ ਦੇਖੋ ਨੈਕਸਟ ਕੁਐਸਚਨ ਹੈ ਕਿ ਅਗਰ ਆਪਾਂ ਮੈਨਗ੍ਰੋਵ ਕਵਰ ਦੀ ਗੱਲ ਕਰੀਏ ਤਾਂ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਟਰੂ ਹੈ। ਪਹਿਲਾ, ਜਿਹੜੇ ਮੈਨਗ੍ਰੋਵ ਫੋਰੈਸਟ ਹੁੰਦਾ ਉਹਨਾਂ ਨੂੰ ਹਾਈ ਆਕਸੀਜਨ ਲੈਵਲ ਚਾਹੀਦਾ ਹੁੰਦਾ ਹੈ ਸਰਵਾਈਵ ਕਰਨ ਦੇ ਲਈ। ਮੈਨਗ੍ਰੋਵ ਕਵਰ ਅਗਰ ਆਪਾਂ ਇੰਡੀਆ 'ਚ ਗੱਲ ਕਰੀਏ ਤਾਂ 2021 ਦੇ ਵਿੱਚ ਘਟ ਗਿਆ ਐਸ ਕੰਪੇਅਰ ਟੂ 2019। ਸੋ ਦੇਖਦੇ ਹਾਂ ਕਿਹੜੀ ਸਟੇਟਮੈਂਟ ਟਰੂ ਹੈ। ਦੇਖੋ ਸਭ ਤੋਂ ਪਹਿਲਾਂ UAE ਤੇ ਇੰਡੋਨੇਸ਼ੀਆ ਨੇ ਲਾਂਚ ਕੀਤਾ ਮੈਨਗ੍ਰੋਵ ਅਲਾਈਅੰਸ ਫॉर ਕਲਾਈਮੇਟ ਔਨ ਦ ਸਾਈਡਲਾਈਨਸ ਆਫ ਯੂਨਾਈਟਿਡ ਨੇਸ਼ਨ ਕਲਾਈਮੇਟ ਸਮਿਟ COP27 ਜੋ ਕਿ ਇਜਿਪਟ ਦੇ ਵਿੱਚ ਹੋ ਰਹੀ ਹੈ। ਸੋ ਇਸ ਕਰਕੇ ਮੈਨਗ੍ਰੋਵ ਫੋਰੈਸਟ ਜਿਹੜਾ ਨਿਊਜ਼ 'ਚ ਸੀਗਾ। ਅਗਰ ਆਪਾਂ ਮੈਨਗ੍ਰੋਵਸ ਦੀ ਗੱਲ ਕਰੀਏ ਤਾਂ ਸਮਾਲ ਟਰੀਜ਼ ਤੇ ਸ਼ਰਬਸ ਹੁੰਦੇ ਆ ਜਿਹੜੇ ਕਿ ਕੋਸਟਲ ਏਰੀਆਜ਼ ਦੇ ਵਿੱਚ ਕੋਸਟਲ ਲਾਈਨ ਦੇ ਅਲੋਂਗ ਆਪਾਂ ਨੂੰ ਦਿਖਦੇ ਨੇ, ਠੀਕ ਹੈ। ਜਿਹੜੇ ਟਰੀਜ਼ ਹੈ ਇਹ ਸਾਲਟੀ ਵਾਟਰ ਦੇ ਵਿੱਚ ਥਰਾਈਵ ਕਰਦੇ ਆ ਤੇ ਇਹ ਅਲੱਗ ਹੀ ਤਰੀਕੇ ਦਾ ਆਪਣਾ ਯੂਨੀਕ ਫੋਰੈਸਟ ਬਣਾਉਂਦੇ ਔਨ ਦ ਐਜ ਆਫ ਲੈਂਡ ਐਂਡ ਸੀ, ਕਿਉਂਕਿ ਕੋਸਟਲ ਏਰੀਆ 'ਚ ਹੈ ਤਾਂ ਲੈਂਡ ਤੇ ਸੀ ਦਾ ਐਜ ਹੋ ਗਿਆ। ਓਕੇ, ਸੋ ਇਹ ਸਵੈਂਪਸ ਦੇ ਵਿੱਚ ਵੀ ਗਰੋ ਕਰਦੇ ਆ। ਮੈਨਗ੍ਰੋਵ ਫੋਰੈਸਟ ਹੈ ਜਿਹੜੇ ਉਹ ਐਕਸਟ੍ਰੀਮ ਵੈਦਰ ਕੰਡੀਸ਼ਨ ਦੇ ਵਿੱਚ ਸਰਵਾਈਵ ਕਰ ਸਕਦੇ ਆ ਤੇ ਇਹਨਾਂ ਨੂੰ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ, ਤਾਂ ਇਹ ਐਕਸਟ੍ਰੀਮ ਵੈਦਰ ਕੰਡੀਸ਼ਨ 'ਚ ਸਰਵਾਈਵ ਕਰ ਸਕਦੇ ਆ ਨਾ। ਅਗਰ ਆਪਾਂ ਸੁੰਦਰਬਨ ਜੋ ਕਿ ਵੈਸਟ ਬੰਗਾਲ ਦੇ ਵਿੱਚ ਆ ਉਹਦੀ ਗੱਲ ਕਰੀਏ ਤੇ ਲਾਰਜੈਸਟ ਮੈਨਗ੍ਰੋਵ ਫੋਰੈਸਟ ਹੈ ਪੂਰੇ ਵਰਲਡ ਦਾ। ਓਕੇ, ਸੋ ਪਹਿਲੀ ਸਟੇਟਮੈਂਟ ਰੋਂਗ ਹੋ ਗਈ। ਨੈਕਸਟ, ਫੋਰੈਸਟ ਸਰਵੇ ਆਫ ਇੰਡੀਆ ਦੇ ਮੁਤਾਬਿਕ ਜਿਹੜਾ ਮੈਨਗ੍ਰੋਵ ਕਵਰ ਹੈ ਇੰਡੀਆ ਦੇ ਵਿੱਚ, ਠੀਕ ਹੈ, ਇਹ ਬੇਸਿਕਲੀ ਅਲੱਗ-ਅਲੱਗ ਡੈਂਸਿਟੀਜ਼ ਦਾ ਹੁੰਦਾ ਹੈ, ਅਲੱਗ-ਅਲੱਗ ਕਲਾਸਿਸ ਹੈ ਡੈਂਸਿਟੀ ਦੇ ਬੇਸਿਸ ਤੇ, ਜਿਵੇਂ ਵੈਰੀ ਡੈਂਸ, ਮੋਡਰੇਟ ਡੈਂਸ, ਓਪਨ ਮੈਨਗ੍ਰੋਵ ਕਵਰ। ਓਕੇ, ਸੋ ਇਹਦੇ ਮੁਤਾਬਿਕ ਅਗਰ ਆਪਾਂ 2021 ਦੀ ਗੱਲ ਕਰੀਏ ਤਾਂ ਜਿਹੜਾ ਮੈਨਗ੍ਰੋਵ ਕਵਰ ਹੈ ਕੰਟਰੀ ਦੇ ਵਿੱਚ ਉਹ ਵਧਿਆ 17 ਸਕੁਆਇਰ ਕਿਲੋਮੀਟਰਸ ਦੇ ਨਾਲ ਐਸ ਕੰਪੇਅਰ ਟੂ 2019। ਸੋ ਯਾਨੀ ਕਿ ਮੈਨਗ੍ਰੋਵ ਕਵਰ ਇਨਕਰੀਜ਼ ਹੋ ਰਿਹਾ ਨਾ ਕਿ ਡਿਕਰੀਜ਼ ਹੋ ਰਿਹਾ। ਓਕੇ, ਸੋ ਇਹਦਾ ਆਂਸਰ ਕੀ ਹੋਊਗਾ ਆਪਸ਼ਨ ਨੰਬਰ ਡੀ, ਬਿਕੋਜ਼ ਦੋਨੋਂ ਸਟੇਟਮੈਂਟਸ ਗਲਤ ਹੋ ਗਈਆਂ। ਮੈਨਗ੍ਰੋਵ ਫੋਰੈਸਟ ਬਹੁਤ ਨਿਊਜ਼ 'ਚ ਰਹਿੰਦੇ ਆ ਤੇ ਐਗਜ਼ਾਮਸ ਦੇ ਵਿੱਚ ਕੁਐਸਚਨਸ ਵੀ ਬਹੁਤ ਆਉਂਦੇ ਇਹਨਾਂ ਉੱਪਰ। ਉਹ ਤੋਂ ਬਾਅਦ ਨੈਕਸਟ ਨੈਸ਼ਨਲ ਐਜੂਕੇਸ਼ਨ ਡੇ ਹੈ ਜਿਹੜਾ ਉਹ 11 ਨਵੰਬਰ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਸੋ ਇਸ ਦਿਨ ਕਿਹੜੇ ਨੈਸ਼ਨਲ ਮੂਵਮੈਂਟ ਲੀਡਰ ਮਤਲਬ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਕਮੈਮੋਰੇਟ ਕਰਨ ਦੇ ਲਈ ਉਹਨੂੰ ਮਨਾਇਆ ਜਾਂਦਾ ਹੈ। ਸੋ ਦੇਖੋ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਮੌਲਾਨਾ ਆਜ਼ਾਦ ਨੂੰ ਟ੍ਰਿਬਿਊਟ ਦਿੱਤੇ ਉਹਨਾਂ ਦੀ ਬਰਥ ਐਨੀਵਰਸਰੀ ਤੇ। ਸੋ ਮੌਲਾਨਾ ਅਬਦੁਲ ਕਲਾਮ ਆਜ਼ਾਦ ਜਿਹੜੇ ਨੇ ਉਹ ਇਹ ਕਹਿੰਦੇ ਸੀਗੇ ਕਿ ਸਾਰੇ ਰਿਲੀਜਨ ਹੈ ਜਿਹੜੇ ਉਹ ਇਕੱਠੇ ਮਿਲ ਕੇ ਰਹਿਣ। ਉਹਨਾਂ ਦਾ ਜਿਹੜਾ ਡ੍ਰੀਮ ਸੀ ਉਹ ਕੀ ਸੀ, ਯੂਨੀਫਾਈਡ ਇੰਡੀਪੈਂਡੈਂਟ ਇੰਡੀਆ ਨੂੰ ਦੇਖਣਾ ਜਿੱਥੇ ਹਿੰਦੂ ਤੇ ਮੁਸਲਿਮ ਹੈ ਜਿਹੜੇ ਉਹ ਆਪਸ 'ਚ ਮਿਲ ਜੁਲ ਕੇ ਰਹਿ ਰਹੇ ਨੇ। ਓਕੇ, ਤੇ ਮੌਲਾਨਾ ਅਬਦੁਲ ਕਲਾਮ ਆਜ਼ਾਦ ਹੈ ਜਿਹੜੇ ਉਹ ਜਾਮੀਆ
ਮਿਲੀਆ ਇਸਲਾਮੀਆ ਇੰਸਟੀਟਿਊਸ਼ਨ ਜੋ ਦਿੱਲੀ ਦੇ ਵਿੱਚ ਆ ਉਹਦੇ ਫਾਊਂਡਰ ਵੀ ਨੇ ਓਕੇ ਸੋ ਉਹਨਾਂ ਦੇ ਬਰਥਡੇ ਦੇ ਉੱਪਰ 11 ਨਵੰਬਰ ਨੂੰ ਨੈਸ਼ਨਲ ਐਜੂਕੇਸ਼ਨ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਸੋ ਇਹ ਕੁਐਸਚਨ ਦਾ ਆਨਸਰ ਕੀ ਹੋਊਗਾ ਆਪਸ਼ਨ ਨੰਬਰ ਸੀ ਮੌਲਾਨਾ ਅਬਦੁਲ ਕਲਾਮ ਆਜ਼ਾਦ ਨੈਕਸਟ ਇੱਕ ਰੀਸੈਂਟਲੀ ਐਪ ਲਾਂਚ ਕੀਤੀ ਗਈ ਮਰੀਡਾ ਠੀਕ ਹੈ ਸੋ ਪੁੱਛਿਆ ਹੋਇਆ ਕਿ ਉਹ ਕਿਹਦੇ ਨਾਲ ਰਿਲੇਟਡ ਹੈ ਸੋ ਪਹਿਲਾ ਹੈ ਕਿ ਇੱਕ ਗੇਮਿੰਗ ਐਪ ਹੈ ਇਹਨੂੰ ਲਾਂਚ ਕੀਤਾ ਗਿਆ ਪ੍ਰਮੋਟ ਕਰਨ ਦੇ ਲਈ ਫਾਰਮਰਸ ਦੇ ਵਿੱਚ ਕਿਸ ਤਰੀਕੇ ਦਾ ਬਿਹੇਵੀਅਰ ਚੇਂਜ ਆ ਰਿਹਾ ਹੈ ਉਹ ਚੀਜ਼ ਨੂੰ ਦੇਖਣ ਲਈ ਮਤਲਬ ਇਹਨੂੰ ਲਾਂਚ ਕੀਤਾ ਗਿਆ ਥਰਡ ਕੀ ਹੈ ਕਿ ਇਹਨੂੰ ਇੰਡੀਅਨ ਲੈਂਗੁਏਜਸ ਦੇ ਵਿੱਚ ਲਾਂਚ ਕੀਤਾ ਗਿਆ ਅਲੱਗ-ਅਲੱਗ ਤਾਂ ਕਿ ਇਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ ਸੋ ਦੇਖੋ ਸਭ ਤੋਂ ਪਹਿਲਾਂ ਅਗਰ ਆਪਾਂ ਮਰੀਦਾ ਦੀ ਗੱਲ ਕਰੀਏ ਤਾਂ ਇੱਕ ਨਿਊ ਗੇਮਿੰਗ ਐਪ ਹੈ ਠੀਕ ਹੈ ਇਹਨੂੰ ਲਾਂਚ ਕੀਤਾ ਗਿਆ ਫਾਰਮਰਸ ਦੇ ਵਿੱਚ ਬਿਹੇਵੀਅਰ ਚੇਂਜ ਨੂੰ ਪ੍ਰਮੋਟ ਕਰਨ ਦੇ ਲਈ ਓਕੇ ਇੰਗਲਿਸ਼ ਤੋਂ ਇਲਾਵਾ ਜਿਹੜੀ ਐਪ ਹੈ ਉਹਨੂੰ ਮਰਾਠੀ ਉੜੀਆ ਦੇ ਵਿੱਚ ਵੀ ਲਾਂਚ ਕੀਤਾ ਗਿਆ ਤਾਂ ਕਿ ਉਹ ਫਾਰਮਰਸ ਜਿਹੜੇ ਸਟੇਟਸ ਨੇ ਠੀਕ ਹੈ ਉਹ ਵੀ ਮਤਲਬ ਈਜ਼ੀਲੀ ਇਹਨੂੰ ਅਸੈਸ ਕਰ ਪਾਣ ਸੋ ਅਗਰ ਆਪਾਂ ਦੇਖੀਏ ਤਾਂ ਇਹਦਾ ਆਨਸਰ ਕੀ ਆਊਗਾ ਕਿ ਇਹ ਜਿਹੜੀ ਇਹ ਗੇਮਿੰਗ ਐਪ ਹੈ ਤੇ ਇਹਨੂੰ ਲਾਂਚ ਕੀਤਾ ਗਿਆ ਪ੍ਰਮੋਟ ਕਰਨ ਦੇ ਲਈ ਬਿਹੇਵੀਅਰ ਚੇਂਜ ਫਾਰਮਰਸ ਦੇ ਵਿੱਚ ਤੇ ਇਹਨੂੰ ਸਾਰੀਆਂ ਇੰਡੀਅਨ ਲੈਂਗੁਏਜਸ ਦੇ ਵਿੱਚ ਨਹੀਂ ਰਿਲੀਜ਼ ਕੀਤਾ ਗਿਆ ਉੜੀਆ ਤੇ ਮਰਾਠੀ ਚ ਕੀਤਾ ਗਿਆ ਸੋ ਥਰਡ ਸਟੇਟਮੈਂਟ ਗਲਤ ਹੋਗੀ ਓਕੇ ਸੋ ਆਨਸਰ ਏ ਆਊਗਾ ਨੈਕਸਟ LCH ਪ੍ਰਚੰਡ ਜੋ ਕਿ ਰੀਸੈਂਟਲੀ ਨਿਊਜ਼ ਚ ਸੀ ਇਹਨਾਂ ਵਿੱਚੋਂ ਕੀ ਚੀਜ਼ ਹੈ ਇਟ ਇਜ਼ the only attack helicopter in the world ਜੋ ਕਿ ਲੈਂਡ ਤੇ ਟੇਕ ਆਫ ਕਰ ਸਕਦਾ ਹੈ ਐਨ ਐਲਟੀਟਿਊਡ ਆਫ 5000 ਮੀਟਰਸ ਇਹਨੂੰ ਡਿਜ਼ਾਈਨ ਤੇ ਮੈਨੂਫੈਕਚਰ ਕੀਤਾ ਹਿੰਦੁਸਤਾਨ ਐਰੋਨੌਟਿਕ ਲਿਮਿਟਿਡ ਨੇ ਮਲਟੀ ਰੋਲ ਅਟੈਕ ਹੈਲੀਕਾਪਟਰ ਹੈ ਜਿਹੜਾ ਉਹ ਆਪਰੇਟ ਕਰ ਸਕਦਾ ਹੈ ਡੈਜ਼ਰਟ ਚ ਵੀ ਤੇ ਹਾਈ ਐਲਟੀਟਿਊਡ ਸੈਕਟਰ ਚ ਵੀ ਸੋ ਸਾਰੇ ਆਪਸ਼ਨਸ ਕਰੈਕਟ ਹੈ ਸੋ ਦੇਖੋ ਇਹਦਾ ਆਨਸਰ ਆਊਗਾ ਡੀ ਕਿ ਸਾਰੇ ਆਪਸ਼ਨ ਕਰੈਕਟ ਹੈ ਸੋ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰਚੰਡ ਜੋ ਕਿ ਇੱਕ ਲਾਈਟ ਕੰਪੈਕਟ ਹੈਲੀਕਾਪਟਰ ਹੈ ਕਈ ਵਾਰ ਪੇਪਰ 'ਚ ਸਿੱਧਾ ਪੁੱਛ ਲੈਂਦੇ ਆ ਕਿ ਪ੍ਰਚੰਡ ਨਿਊਜ਼ 'ਚ ਸੀ ਇਹ ਕੀ ਚੀਜ਼ ਹੈ ਸੋ ਇਹ LHC ਹੈ ਸੌਰੀ LCH ਹੈ that is ਲਾਈਟ ਕੰਪੈਕਟ ਹੈਲੀਕਾਪਟਰ ਓਕੇ ਸੋ ਇਹ ਓਨਲੀ ਅਟੈਕ ਹੈਲੀਕਾਪਟਰ ਹੈ ਪੂਰੇ ਵਰਲਡ ਦੇ ਵਿੱਚ ਜਿਹੜਾ ਕਿ ਲੈਂਡ ਤੇ ਟੇਕ ਆਫ ਕਰ ਸਕਦਾ ਹੈ 5000 ਮੀਟਰ ਦੀ ਹਾਈਟ ਤੋਂ ਓਕੇ ਮਤਲਬ ਇਹ ਐਸੀ ਆਈਡਲ ਹਾਈਟ ਹੈ ਕਿ ਇਹਨੂੰ ਸੇਚਿਨ ਗਲੇਸ਼ੀਅਰ ਤੋਂ ਵੀ ਆਪਰੇਟ ਕੀਤਾ ਜਾ ਸਕਦਾ ਹੈ ਸੋ ਇਹਨੂੰ ਡਿਜ਼ਾਈਨ ਤੇ ਮੈਨੂਫੈਕਚਰ ਕੀਤਾ HAL that is ਹਿੰਦੁਸਤਾਨ ਐਰੋਨੌਟਿਕ ਲਿਮਿਟਿਡ ਨੇ ਅੰਡਰ ਦਾ ਪ੍ਰੋਜੈਕਟ LCH ਓਕੇ ਸੋ ਜਦੋਂ 1999 ਦੇ ਵਿੱਚ ਕਾਰਗਿਲ ਵਾਰ ਹੋਈ ਸੀ ਉਸ ਤੋਂ ਬਾਅਦ ਇਹਦੇ ਬਾਰੇ ਸੋਚਣਾ ਸ਼ੁਰੂ ਕੀਤਾ ਗਿਆ ਸੀ ਓਕੇ ਜਿਹੜਾ ਇਹ ਅਟੈਕ ਹੈਲੀਕਾਪਟਰ ਹੈ ਇਹ ਡੈਜ਼ਰਟ ਏਰੀਆਜ਼ ਦੇ ਵਿੱਚ ਤੇ ਹਾਈ ਐਲਟੀਟਿਊਡ ਸੈਕਟਰ ਦੋਨਾਂ ਵਿੱਚ ਆਪਰੇਟ ਕਰ ਸਕਦਾ ਹੈ ਓਕੇ ਤੇ ਅਗਰ ਫੀਚਰਸ ਦੀ ਗੱਲ ਕਰੀਏ ਟਵਿਨ ਇੰਜਨ ਹੈਲੀਕਾਪਟਰ ਹੈ ਤੇ ਇਹਦੇ ਵਿੱਚ ਐਂਟੀ ਟੈਂਕ ਗਾਈਡਡ ਮਿਸਾਈਲਸ ਹੈ ਜਿਹੜੀ ਉਹ ਵੀ ਮਤਲਬ ਲਗਾਈਆਂ ਜਾ ਸਕਦੀਆਂ ਅਟੈਚ ਕੀਤੀਆਂ ਜਾ ਸਕਦੀਆਂ ਇਹਦੇ ਨਾਲ ਸੋ ਇਹਦਾ ਆਨਸਰ ਕੀ ਆਊਗਾ ਆਪਸ਼ਨ ਨੰਬਰ ਡੀ ਨੈਕਸਟ a currency manipulator is a designation applied by World Trade Organization putting a country under currency monitoring list would mean that country is artificially lowering the value of its currency to gain unfair advantage over others so ਪੁੱਛਿਆ ਇਹਦੇ ਬਾਰੇ ਕਿਹੜੀ ਸਟੇਟਮੈਂਟ ਟਰੂ ਹੈ ਦੇਖੋ ਸਭ ਤੋਂ ਪਹਿਲਾਂ ਇੰਡੀਆ ਜਿਹੜੀ ਉਹ ਕੁਝ ਫਿਊ ਕੰਟਰੀਜ਼ ਦੇ ਵਿੱਚੋਂ ਹੈ ਜਿਹਨੂੰ ਰਿਮੂਵ ਕੀਤਾ ਗਿਆ ਯੂਨਾਈਟਿਡ ਸਟੇਟ ਕਰੰਸੀ ਮੋਨੀਟਰਿੰਗ ਲਿਸਟ ਚੋਂ ਠੀਕ ਹੈ ਇਹ ਜਿਹੜੀ ਲਿਸਟ ਨੂੰ ਰਿਲੀਜ਼ ਕੀਤਾ ਜਾਂਦਾ ਡਿਪਾਰਟਮੈਂਟ ਆਫ ਟ੍ਰੈਜਰੀ ਦੇ ਦੁਆਰਾ ਸੋ ਕਰੰਸੀ ਮੈਨੀਪੂਲੇਟਰ ਕੀ ਹੁੰਦਾ ਹੈ ਇੱਕ ਡੈਜ਼ਿਗਨੇਸ਼ਨ ਹੈ ਜਿਹਨੂੰ ਕਿ US ਗਵਰਨਮੈਂਟ ਦੇ ਦੁਆਰਾ ਅਪਲਾਈ ਕੀਤਾ ਜਾਂਦਾ ਹੈ ਉਹ ਕੰਟਰੀਜ਼ ਤੇ ਜਿਹੜੀਆਂ ਕਿ ਅਨਫੇਅਰ ਕਰੰਸੀ ਪ੍ਰੈਕਟਿਸਿਸ ਦੇ ਵਿੱਚ ਇੰਗੇਜ ਹੁੰਦੀਆਂ ਨੇ ਤਾਂ ਕਿ ਉਹ ਟ੍ਰੇਡ ਐਡਵਾਂਟੇਜ ਉਠਾ ਸਕਣ ਠੀਕ ਹੈ ਸੋ ਜਦੋਂ ਵੀ ਕੰਟਰੀ ਨੂੰ ਕਰੰਸੀ ਮੋਨੀਟਰਿੰਗ ਲਿਸਟ ਦੇ ਵਿੱਚ ਪਾਇਆ ਜਾਂਦਾ ਹੈ ਤਾਂ ਉਹਦਾ ਮਤਲਬ ਕੀ ਹੁੰਦਾ ਹੈ ਕਿ ਜਿਹੜੀ ਕਰੰਸੀ ਹੈ ਜਿਹੜੀ ਕੰਟਰੀ ਹੈ ਉਹ ਆਰਟੀਫੀਸ਼ੀਅਲੀ ਆਪਣੀ ਕਰੰਸੀ ਦੀ ਵੈਲਿਊ ਡਿਕਰੀਜ਼ ਕਰ ਰਹੀ ਹੈ ਤਾਂ ਕਿ ਉਹਨੂੰ ਇੱਕ ਐਡਵਾਂਟੇਜ ਮਿਲ ਜੇ ਦੂਸਰੀ ਕੰਟਰੀਜ਼ ਦੇ ਉੱਪਰ ਠੀਕ ਹੈ ਹੁਣ ਇਹਦੇ ਨਾਲ ਕੀ ਹੋਊਗਾ ਕਿ ਅਗਰ ਕੋਈ ਕੰਟਰੀ ਆਪਣੀ ਕਰੰਸੀ ਦੀ ਵੈਲਿਊ ਨੂੰ ਲੋ ਕਰੂਗੀ ਤਾਂ ਇਹਦੇ ਨਾਲ ਕੀ ਹੈ ਐਕਸਪੋਰਟ ਦੀ ਜਿਹੜੀ ਕਾਸਟ ਆ ਉਹ ਕੰਟਰੀ ਦੇ ਉੱਪਰ ਘੱਟ ਪਊਗੀ ਨਾ ਸੋ ਇਸ ਕਰਕੇ ਕੰਟਰੀਜ਼ ਐਸਾ ਕੰਮ ਕਰਦੀਆਂ ਨੇ ਓਕੇ ਸੋ ਇਹਦੇ ਵਿੱਚ ਪੁੱਛਿਆ ਹੋਇਆ ਸੀ ਵੀ ਕਿਹੜੀ ਸਟੇਟਮੈਂਟ ਟਰੂ ਹੈ ਸੋ ਇਹਦਾ ਆਨਸਰ ਆਊਗਾ ਆਪਸ਼ਨ ਨੰਬਰ ਬੀ ਠੀਕ ਹੈ ਜੀ ਨੈਕਸਟ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਕਰੈਕਟ ਨਹੀਂ ਹੈ ਪਹਿਲੀ ਗਵਰਨਮੈਂਟ ਆਫ ਇੰਡੀਆ ਜਿਹੜੀ ਉਹਨਾਂ ਨੇ ਨੋਟੀਫਾਈ ਕੀਤਾ ਕਿ ਮਿਲਟਸ ਜਿਹੜੇ ਨੇ ਉਹ ਨਿਊਟਰੀ ਸੀਰੀਅਲਸ ਹੈ ਬਿਕੋਜ਼ ਉਹਨਾਂ ਨੂੰ ਪੋਸ਼ਣ ਮਿਸ਼ਨ ਅਭਿਆਨ ਦੇ ਅੰਡਰ ਇਨਕਲੂਡ ਕੀਤਾ ਗਿਆ ਗਵਰਨਮੈਂਟ ਆਫ ਇੰਡੀਆ ਨੇ ਡਿਸਾਈਡ ਕੀਤਾ ਕਿ 2023 ਹੈ ਜਿਹੜਾ ਉਹਨੂੰ ਨੈਸ਼ਨਲ ਈਅਰ ਆਫ ਮਿਲਟਸ ਮਾਰਕ ਕੀਤਾ ਜਾਊਗਾ ਯੂਨਾਈਟਿਡ ਨੇਸ਼ਨ ਨੇ ਗਵਰਨਮੈਂਟ ਆਫ ਇੰਡੀਆ ਦੇ ਕਹੇ ਤੇ
2023 ਨੂੰ ਇੰਟਰਨੈਸ਼ਨਲ ਈਅਰ ਆਫ ਮਿਲੇਟਸ ਡਿਕਲੇਅਰ ਕੀਤਾ ਹੈ। ਸੋ ਦੇਖਦੇ ਹਾਂ ਕਿਹੜੀ ਸਟੇਟਮੈਂਟ ਇਹਦੇ ਵਿੱਚੋਂ ਸਹੀ ਨਹੀਂ ਹੈਗੀ। ਸੋ ਇਹਦਾ ਆਨਸਰ ਆਊਗਾ ਆਪਸ਼ਨ ਨੰਬਰ ਬੀ। ਓਕੇ, ਸੋ ਇੱਕ ਵਾਰ ਇਹਨੂੰ ਦੇਖ ਲੈਂਦੇ ਹਾਂ। ਅਗਰ ਆਪਾਂ ਪੋਸ਼ਣ ਅਭਿਆਨ ਦੀ ਗੱਲ ਕਰੀਏ ਤਾਂ 2018 ਦੇ ਵਿੱਚ ਗਵਰਨਮੈਂਟ ਨੇ ਡਿਸਾਈਡ ਕੀਤਾ ਕਿ ਉਸ ਸਾਲ ਨੂੰ ਨੈਸ਼ਨਲ ਈਅਰ ਆਫ ਮਿਲੇਟਸ ਡਿਕਲੇਅਰ ਕੀਤਾ ਜਾਊਗਾ। ਓਕੇ, ਸੋ 2023 ਨੂੰ ਇੰਟਰਨੈਸ਼ਨਲ ਈਅਰ ਆਫ ਮਿਲੇਟਸ ਨਹੀਂ ਡਿਕਲੇਅਰ ਕੀਤਾ ਗਿਆ ਇੰਡੀਅਨ ਗਵਰਨਮੈਂਟ ਦੁਆਰਾ, 2018 ਚ ਕੀਤਾ ਗਿਆ ਸੀ। ਓਕੇ, ਯੂਨਾਈਟਿਡ ਨੇਸ਼ਨ ਨੇ ਗਵਰਨਮੈਂਟ ਆਫ ਇੰਡੀਆ ਦੇ ਕਹੇ ਤੇ 2023 ਨੂੰ ਇੰਟਰਨੈਸ਼ਨਲ ਈਅਰ ਆਫ ਮਿਲੇਟਸ ਡਿਕਲੇਅਰ ਕੀਤਾ ਹੈ। ਇਹਦਾ ਏਮ ਕੀ ਹੈ? ਅਵੇਅਰਨੈਸ ਫੈਲਾਉਣਾ ਤੇ ਤਾਂ ਕਿ ਪ੍ਰੋਡਕਸ਼ਨ ਤੇ ਕੰਜ਼ੰਪਸ਼ਨ ਹੈ ਜਿਹੜੀ ਮਿਲੇਟਸ ਦੀ ਉਹ ਇਨਕਰੀਜ਼ ਹੋ ਸਕੇ। ਓਕੇ, ਸੋ ਦੇਖੋ ਨੈਕਸਟ ਕੁਐਸਚਨ ਹੈ ਨਾ ਜਿਹੜਾ ਉਹ ਹੈਗਾ ਇੱਕ ਇੰਟਰਨੈਸ਼ਨਲ ਪਲੇਟਫਾਰਮ ਦੇ ਬਾਰੇ। ਸੋ ਤੁਸੀਂ ਇਹ ਦੱਸਣਾ ਵੀ ਇੱਥੇ ਕਿਹੜੀ ਇੰਟਰਨੈਸ਼ਨਲ ਪਲੇਟਫਾਰਮ ਦੀ ਗੱਲ ਕੀਤੀ ਗਈ ਹੈ। ਪਹਿਲਾ ਹੈ ਇੰਡੋ ਪੈਸੀਫਿਕ ਪ੍ਰੀਮੀਅਰ ਫੋਰਮ ਹੈ ਸਟ੍ਰੈਟੇਜਿਕ ਡਾਇਲੌਗ ਦੇ ਲਈ। ਇਹਦੇ 18 ਮੈਂਬਰਸ ਹੈ, 10 ਏਸ਼ੀਆਨ ਕੰਟਰੀਜ਼ ਹੈ ਤੇ ਬਾਕੀ ਆਸਟ੍ਰੇਲੀਆ, ਚਾਈਨਾ, ਇੰਡੀਆ, ਜਾਪਾਨ, ਨਿਊਜ਼ੀਲੈਂਡ, ਰਿਪਬਲਿਕ ਆਫ ਕੋਰੀਆ, ਰਸ਼ੀਆ ਤੇ ਯੂਨਾਈਟਿਡ ਸਟੇਟਸ ਹੈ। ਤੇ ਇਹਦੀ ਜਿਹੜੀ 17 ਸਮਿਟ ਹੈ ਉਹ ਰੀਸੈਂਟਲੀ ਕੰਬੋਡੀਆ ਦੇ ਵਿੱਚ ਹੋਈ। ਓਕੇ, ਸੋ ਇੱਥੇ ਮੈਂ ਤੁਹਾਨੂੰ ਆਨਸਰ ਦੱਸ ਦਿੰਦੀ। ਇੱਥੇ ਆਪਾਂ ਗੱਲ ਕਰ ਰਹੇ ਹਾਂ ਈਸਟ ਇੰਡੀਆ ਸਮਿਟ ਦੀ। ਨੈਕਸਟ ਅਗਲਾ ਕੁਐਸਚਨ ਹੈ ਜਿਹੜਾ ਉਹ ਹੈਗਾ ਰਿਗਾਰਡਿੰਗ ਯੂਨਾਈਟਿਡ ਨੇਸ਼ਨਸ ਪਾਪੂਲੇਸ਼ਨ ਫੰਡ ਦੀ ਰੀਸੈਂਟ ਰਿਪੋਰਟ ਤੇ ਪ੍ਰੋਜੈਕਸ਼ਨਸ ਦੇ ਬਾਰੇ। ਸੋ ਇਹਦੇ ਵਿੱਚ ਕੀ ਹੋਇਆ ਕਿ ਅਗਰ ਆਪਾਂ 2022 ਦੀ ਗੱਲ ਕਰੀਏ ਤਾਂ ਮੋਰ ਦੈਨ ਹਾਫ ਆਫ ਵਰਲਡਸ ਪਾਪੂਲੇਸ਼ਨ ਹੈ ਜਿਹੜੀ ਉਹ ਏਸ਼ੀਆ ਦੇ ਵਿੱਚ ਰਹਿ ਰਹੀ ਹੈ। ਇੰਡੀਆ ਦੀ ਜਿਹੜੀ ਪਾਪੂਲੇਸ਼ਨ ਗਰੋਥ ਹੈ ਉਹ ਸਟੇਬਲਾਈਜ਼ ਹੈ ਤੇ ਉਹ ਗਰੋ ਕਰ ਰਹੀ ਹੈ 0.7% ਪਰ ਈਅਰ। ਤੇ ਜਿਹੜੀ ਚਾਈਨਾ ਹੈ ਉਹ ਕਰੰਟਲੀ ਐਕਸਪੀਰੀਅੰਸ ਕਰ ਰਹੀ ਹੈ ਯੂਥ ਬਲਜ ਵਿਦ ਲਾਰਜੈਸਟ ਐਵਰ ਐਡੋਲਸੈਂਸ ਐਂਡ ਯੂਥ ਪਾਪੂਲੇਸ਼ਨ। ਸੋ ਪੁੱਛਿਆ ਹੋਇਆ ਹੈ ਕਿ ਕਿਹੜੀ ਸਟੇਟਮੈਂਟ ਕਰੈਕਟ ਹੈ। ਸੋ ਦੇਖੋ ਅਗਰ ਆਪਾਂ ਗੱਲ ਕਰੀਏ ਤਾਂ ਰੀਸੈਂਟਲੀ ਯੂਨਾਈਟਿਡ ਨੇਸ਼ਨ ਪਾਪੂਲੇਸ਼ਨ ਫੰਡ ਨੇ ਸਟੇਟ ਕੀਤਾ ਕਿ ਜਿਹੜੀ ਵਰਲਡ ਦੀ ਪਾਪੂਲੇਸ਼ਨ ਹੈ ਉਹ 8 ਬਿਲੀਅਨ ਹੋ ਗਈ। ਠੀਕ ਹੈ, UNFPA ਦੇ ਮੁਤਾਬਿਕ ਇੰਡੀਆ ਦੇ ਵਿੱਚ ਲਾਰਜੈਸਟ ਐਵਰ ਐਡੋਲਸੈਂਸ ਤੇ ਯੂਥ ਪਾਪੂਲੇਸ਼ਨ ਹੈ। ਸੋ ਇੰਡੀਆ ਦੇ ਵਿੱਚ ਹੈ ਨਾ ਕਿ ਚਾਈਨਾ ਦੇ ਵਿੱਚ। ਓਕੇ, ਤੇ ਇਹਦੇ ਮੁਤਾਬਿਕ ਜਿਹੜਾ ਇੰਡੀਆ ਹੈ ਉਹ ਵਨ ਆਫ ਦਾ ਯੰਗੈਸਟ ਪਾਪੂਲੇਸ਼ਨ ਹੈ ਅਗਰ ਆਪਾਂ ਗੱਲ ਕਰੀਏ ਪੂਰੇ ਵਰਲਡ ਦੇ ਵਿੱਚ ਟਿਲ 2030। ਓਕੇ, ਤੇ ਉਸ ਤੋਂ ਬਾਅਦ ਇੰਡੀਆ ਦੀ ਜਿਹੜੀ ਫਰਟੀਲਿਟੀ ਰੇਟ ਹੈ ਉਹ 2.1 ਬਰਥ ਪਰ ਵਿਮਨ ਹੈ ਤੇ ਕੰਟੀਨਿਊਸਲੀ ਫਾਲ ਹੋ ਰਹੀ ਹੈ ਜਿਹੜੀ ਇਹ ਰੇਸ਼ੋ ਹੈ। ਉਹ ਤੋਂ ਬਾਅਦ ਉਹ ਏਸ਼ੀਆ ਦੇ ਵਿੱਚ ਰਹਿ ਰਹੀ ਹੈ ਤੇ ਚਾਈਨਾ ਤੇ ਇੰਡੀਆ ਜਿਹੜੀ ਉਹ 2 ਮੋਸਟ ਪਾਪੂਲਸ ਕੰਟਰੀਜ਼ ਹੈ ਜਿੱਥੇ 1.4 ਬਿਲੀਅਨ ਪੀਪਲ ਤੋਂ ਜ਼ਿਆਦਾ ਲੋਕ ਰਹਿ ਰਹੇ ਨੇ ਦੋਨਾਂ ਦੇ ਵਿੱਚ। ਠੀਕ ਹੈ, ਸੋ ਅਕੋਰਡਿੰਗ ਟੂ ਯੂਨਾਈਟਿਡ ਨੇਸ਼ਨ ਪਾਪੂਲੇਸ਼ਨ ਫੰਡ ਜਿਹੜੀ ਇੰਡੀਆ ਦੀ ਪਾਪੂਲੇਸ਼ਨ ਗਰੋਥ ਹੈ ਉਹ ਸਟੇਬਲਾਈਜ਼ ਹੈ ਬਟ ਉਹ 0.7% ਪਰ ਈਅਰ ਤੇ ਇਨਕਰੀਜ਼ ਕਰ ਰਹੀ ਹੈ। ਤੇ ਇਹ ਕਿਹਾ ਜਾ ਰਿਹਾ 2023 ਦੇ ਵਿੱਚ ਇੰਡੀਆ ਸਰਪਾਸ ਕਰ ਜੂ ਚਾਈਨਾ ਨੂੰ ਟੂ ਬਿਕਮ ਵਰਲਡਸ ਮੋਸਟ ਪਾਪੂਲਸ ਕੰਟਰੀ। ਓਕੇ, ਸੋ ਤੇ ਅਗਰ ਆਪਾਂ ਹੁਣ ਦੇਖੀਏ ਤਾਂ ਇਹ ਚੀਜ਼ ਟਰੂ ਵੀ ਹੋ ਚੁੱਕੀ ਹੈ। ਇੰਡੀਆ ਫਸਟ ਨੰਬਰ ਤੇ ਆਲਰੇਡੀ ਆ ਚੁੱਕਾ ਹੈ ਪਾਪੂਲੇਸ਼ਨ ਦੇ ਮਾਮਲੇ ਦੇ ਵਿੱਚ। ਓਕੇ, ਸੋ ਇਹਦੀ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਫਸਟ ਜਿਹੜੀ ਸਟੇਟਮੈਂਟ ਹੈ ਇਹ ਵੀ ਟਰੂ ਹੈ, ਸੈਕਿੰਡ ਵੀ ਟਰੂ ਹੈ, ਥਰਡ ਗਲਤ ਹੈ ਬਿਕੋਜ਼ ਇੰਡੀਆ ਜਿਹੜਾ ਉੱਥੇ ਯੂਥ ਬਲਜ ਹੈ ਨਾ ਕਿ ਚਾਈਨਾ ਤੇ। ਓਕੇ, ਸੋ ਆਨਸਰ ਆਊਗਾ ਆਪਸ਼ਨ ਨੰਬਰ ਏ। ਸੋ ਨੈਕਸਟ ਕੁਐਸਚਨ ਹੈ ਰਿਗਾਰਡਿੰਗ ਅਸਤਰ ਮਿਸਾਈਲ। ਸੋ ਪੁੱਛਿਆ ਵੀ ਕਿਹੜੀ ਸਟੇਟਮੈਂਟ ਕਰੈਕਟ ਹੈ। ਪਹਿਲਾਂ ਇਹਨੂੰ ਡਿਜ਼ਾਈਨ ਤੇ ਡਿਵੈਲਪ ਕੀਤਾ ਇੰਡੀਅਨ 에ਅਰ ਫੋਰਸ। ਸੋ ਨੈਕਸਟ ਕੀ ਹੈ ਅਸਤਰ MK1 ਹੈ ਜਿਹੜੀ ਉਹ ਬਿਯੋਂਡ ਵਿਜ਼ੂਅਲ ਰੇਂਜ ਸਰਫੇਸ ਟੂ 에ਅਰ ਮਿਸਾਈਲ ਹੈ ਦੈਟ ਇਜ਼ SAM। ਸੋ ਪੁੱਛਿਆ ਵੀ ਕਿਹੜੀ ਸਟੇਟਮੈਂਟ ਇਹਦੇ ਬਾਰੇ ਕਰੈਕਟ ਹੈ। ਸੋ ਅਗਰ ਆਪਾਂ ਅਸਤਰ ਮਿਸਾਈਲ ਦੀ ਗੱਲ ਕਰੀਏ ਤਾਂ ਇਹਨੂੰ ਡਿਜ਼ਾਈਨ ਤੇ ਡਿਵੈਲਪ ਕੀਤਾ ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ ਦੈਟ ਇਜ਼ DRDO ਨੇ ਤਾਂ ਕਿ ਇਹਨੂੰ ਡਿਪਲੋਏ ਕੀਤਾ ਜਾਵੇ ਫਾਈਟਰ ਜੈਟਸ ਜਿਵੇਂ ਕਿ ਸੁਕੋਈ 30 MKI ਜਾਂ ਤੇਜਸ ਦੇ ਉੱਪਰ। ਓਕੇ, ਜਾਂ ਫਿਰ MiG 29K। ਉਹ ਤੋਂ ਬਾਅਦ ਅਸਤਰ MK1 ਹੈ ਜਿਹੜੀ ਉਹ ਬਿਯੋਂਡ ਵਿਜ਼ੂਅਲ ਰੇਂਜ 에ਅਰ ਟੂ 에ਅਰ ਮਿਸਾਈਲ ਹੈ ਨਾ ਕਿ 에ਅਰ ਟੂ ਸਰਫੇਸ ਮਿਸਾਈਲ ਹੈ। ਓਕੇ, ਜਿਹੜੇ ਮਿਸਾਈਲ ਉਹ ਟਰੈਵਲ ਕਰਦੀ ਹੈ ਕਿੰਨੀ ਸਪੀਡ ਤੇ 4 ਟਾਈਮਸ ਮੋਰ ਸਪੀਡ ਆਫ ਸਾਊਂਡ। ਠੀਕ ਹੈ, ਤੇ ਮੈਕਸਿਮਮ ਐਲਟੀਟਿਊਡ ਕਿੰਨੇ ਤੇ ਪਹੁੰਚ ਸਕਦੀ ਹੈ 20 ਕਿਲੋਮੀਟਰ। ਓਕੇ, ਸੋ ਇਸ ਲਈ ਇਹ ਕਾਫੀ ਫਲੈਕਸੀਬਲ ਮੰਨੀ ਜਾਂਦੀ ਅਗਰ ਆਪਾਂ ਨੇ 에ਅਰ ਕੰਬੈਕਟ ਆਪਰੇਸ਼ਨ ਕਰਨਾ ਹੋਵੇ। ਓਕੇ, ਜਿਹੜੀ ਰੇਂਜ ਹੈ ਅਸਤਰ MK1 ਦੀ ਉਹ ਹੈਗੀ ਹੈ 110 ਕਿਲੋਮੀਟਰ, MK2 ਦੀ 150 ਕਿਲੋਮੀਟਰ ਹੈ ਤੇ MK3 ਦੀ ਇਹ ਤੋਂ ਵੀ ਜ਼ਿਆਦਾ ਹੋਊਗੀ ਮਤਲਬ 150 ਕਿਲੋਮੀਟਰ ਤੋਂ ਜ਼ਿਆਦਾ ਹੋਊਗੀ। ਸੋ ਅਗਰ ਆਪਾਂ ਦੇਖੀਏ ਤਾਂ ਦੋਨੋਂ ਸਟੇਟਮੈਂਟਸ ਗਲਤ ਹੈ। ਸੋ ਆਨਸਰ ਆਊਗਾ ਆਪਸ਼ਨ ਨੰਬਰ ਡੀ। ਆਪਣੇ ਕੋਲ ਕੁਝ ਡਿਫੈਂਸ ਐਕਸਰਸਾਈਜ਼ ਦਿੱਤੀਆਂ ਹੋਈਆਂ ਇੰਡੀਆ ਦੀਆਂ
ਤੇ ਉਹਦੇ ਵਿੱਚ ਦੱਸਿਆ ਵੀ ਉਹ ਇੰਡੀਆ ਕਿਹੜੀ ਕੰਟਰੀ ਨਾਲ ਕੰਡਕਟ ਕਰਦਾ ਹੈ। ਨੋਮੈਡਿਕ ਐਲੀਫੈਂਟ ਮੰਗੋਲੀਆ, ਕਾਰਪੇਟ ਸਿੰਗਾਪੁਰ, ਮਿੱਤਰ ਸ਼ਕਤੀ USA। ਸੋ ਪੁੱਛਿਆ ਕਿਹੜੀ ਕਰੈਕਟ ਹੈ। ਦੇਖੋ ਬਾਇਲੇਟਰਲ ਟ੍ਰੇਨਿੰਗ ਐਕਸਰਸਾਈਜ਼ ਅਸਤਰ ਹਿੰਦ 2022 ਹੈ ਜਿਹੜੀ ਉਹ ਰੀਸੈਂਟਲੀ ਹੋਈ ਇੰਡੀਅਨ ਆਰਮੀ ਤੇ ਆਸਟ੍ਰੇਲੀਅਨ ਆਰਮੀ ਦੇ ਵਿੱਚ। ਸੋ ਬਾਕੀ ਹੋਰ ਆਪਾਂ ਮਿਲਟਰੀ ਐਕਸਰਸਾਈਜ਼ ਦੇਖਦੇ ਹਾਂ। ਦੇਖੋ ਇਹ ਬਹੁਤ ਇੰਪੋਰਟੈਂਟ ਹੈ, ਇਹਨੂੰ ਯਾਦ ਰੱਖਿਓ। ਸੰਪ੍ਰੀਤੀ ਹੈ ਜਿਹੜੀ ਉਹ ਬੰਗਲਾਦੇਸ਼ ਨਾਲ ਹੁੰਦੀ ਹੈ, ਮਿੱਤਰ ਸ਼ਕਤੀ ਸ਼੍ਰੀਲੰਕਾ ਨਾਲ, ਮੈਤਰੀ ਐਕਸਰਸਾਈਜ਼ ਥਾਈਲੈਂਡ ਨਾਲ, ਵਜਰ ਪ੍ਰਹਾਰ USA ਨਾਲ, ਯੁੱਧ ਅਭਿਆਸ USA ਨਾਲ, ਨੋਮੈਡਿਕ ਐਲੀਫੈਂਟ ਮੰਗੋਲੀਆ ਨਾਲ, ਗਰੁੜ ਸ਼ਕਤੀ ਇੰਡੋਨੇਸ਼ੀਆ ਨਾਲ, ਸ਼ਕਤੀ ਐਕਸਰਸਾਈਜ਼ ਫਰਾਂਸ ਨਾਲ, ਧਰਮ ਗਾਰਡੀਅਨ ਜਾਪਾਨ ਨਾਲ, ਸੂਰਿਆ ਕਿਰਨ ਨੇਪਾਲ ਨਾਲ, ਹੈਂਡ ਇਨ ਹੈਂਡ ਚਾਈਨਾ ਨਾਲ, ਸਿੰਬੈਕ ਸਿੰਗਾਪੁਰ ਨਾਲ, ਦੈਨ ਸ਼ਕਤੀ ਐਕਸਰਸਾਈਜ਼ ਫਰਾਂਸ ਨਾਲ, ਕਾਰਪੇਟ ਥਾਈਲੈਂਡ ਨਾਲ। ਓਕੇ ਸੋ ਅਗਰ ਆਪਾਂ ਇਹਨਾਂ ਵਿੱਚੋਂ ਦੇਖੀਏ ਤਾਂ ਆਪਣੇ ਕੋਲ ਜਿਹੜਾ ਫਸਟ ਆਪਸ਼ਨ ਹੈ ਨੋਮੈਡਿਕ ਐਲੀਫੈਂਟ ਮੰਗੋਲੀਆ ਨਾਲ, ਇਹ ਠੀਕ ਹੈ। ਕਾਰਪੇਟ ਤੇ ਮਿੱਤਰ ਸ਼ਕਤੀ, ਦੇਖੋ ਜਿਹੜੀ ਮਿੱਤਰ ਕਾਰਪੇਟ ਉਹ ਥਾਈਲੈਂਡ ਨਾਲ ਹੁੰਦੀ ਹੈ ਤੇ ਜਿਹੜੀ ਮਿੱਤਰ ਸ਼ਕਤੀ ਉਹ ਸ਼੍ਰੀਲੰਕਾ ਨਾਲ ਹੁੰਦੀ ਹੈ। ਸੋ ਇਸ ਲਈ ਆਪਸ਼ਨਸ ਗਲਤ ਹੈ। ਓਕੇ ਸੋ ਇਸ ਲਈ ਆਨਸਰ ਆਊਗਾ ਆਪਸ਼ਨ ਨੰਬਰ 1। ਸੋ ਇਹਦੇ ਨਾਲ ਨਵੰਬਰ 2022 ਦੇ ਕਰੰਟ ਅਫੇਅਰ ਫਿਨਿਸ਼ ਹੁੰਦੇ ਆ। ਸੋ ਮਿਲਦੇ ਆ ਨੈਕਸਟ ਲੈਕਚਰ 'ਚ। ਥੈਂਕ ਯੂ ਸੋ ਮਚ।